ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਮੈਟ੍ਰੀਮੋਨੀਅਲ ਕੇਸਿਸ ਦੇ ਬਾਰੇ ਅਤੇ ਅਸੀਂ ਜਾਣਾਂਗੇ ਕਿਸ ਤਰ੍ਹਾਂ ਅਸੀਂ ਆਪਣੀ ਸੂਝ-ਬੂਝ ਨਾਲ ਤੇ ਕਾਨੂੰਨੀ ਤਰੀਕਿਆਂ ਦੇ ਨਾਲ ਇਹਨਾਂ ਮਸਲਿਆਂ ਦਾ ਹੱਲ ਕਰ ਸਕਦੇ ਹਾਂ। ਹਾਲਾਂਕਿ ਇਸ ਵੀਡੀਓ ਦੇ ਵਿੱਚ ਮੈਂ ਦੋਨੇ ਪ੍ਰੋਸਪੈਕਟਿਵ ਨੂੰ ਬੈਲੈਂਸ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ, ਬਟ ਜੋ ਪਤੀਆਂ ਦੇ ਬਾਰੇ ਇਸ ਵੀਡੀਓ ਦੇ ਵਿੱਚ ਜ਼ਿਆਦਾ ਡਿਸਕਸ ਕੀਤਾ ਗਿਆ ਹੈ ਕਿਉਂਕਿ ਵੂਮਨਸ ਦੇ ਦੁਆਰਾ ਹੀ ਜੋ ਮੈਟ੍ਰੀਮੋਨੀਅਲ ਕੇਸਿਸ ਹੈ ਉਹ ਇਨੀਸ਼ੀਏਟ ਕੀਤੇ ਜਾਂਦੇ ਆ ਜ਼ਿਆਦਾਤਰ। ਸੋ ਤੁਹਾਡੀਆਂ ਕੋਈ ਵੀ ਜੋ ਕੁਐਰੀਜ਼ ਆ ਪਤੀ ਤੇ ਪਤਨੀ ਦੇ ਮੈਟਰ ਨੂੰ ਲੈ ਕੇ ਉਹ ਇਸ ਵੀਡੀਓ ਦੇ ਅੰਤ ਤੱਕ ਸਾਰੀਆਂ ਹੀ ਤੁਹਾਡੀਆਂ ਕਲੀਅਰ ਹੋ ਜਾਣਗੀਆਂ। ਸੋ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਜੋ ਇੱਕ ਪਤਨੀ ਹੈ ਉਹ ਕਿਹੜੇ-ਕਿਹੜੇ ਕੇਸ ਆਪਣੇ ਪਤੀ ਤੇ ਕਰਦੀ ਹੈ। ਸਭ ਤੋਂ ਪਹਿਲਾਂ ਤਾਂ ਜੋ ਆਮ ਕਾਮਨ ਹੈ ਪਤਨੀ ਦੇ ਦੁਆਰਾ ਆਪਣੇ ਪਤੀ ਤੇ ਕੇਸ ਕੀਤਾ ਜਾਂਦਾ ਹੈ ਉਹ ਹੈ 498A ਦਾ। ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਜੀ ਤੁਹਾਡੇ ਜੋ ਵੀ ਹੈ ਪਤੀ ਪਤਨੀ ਉਸਦੇ ਘਰ ਦੇ ਇੱਥੋਂ ਤੱਕ ਕਿ ਉਸਦੀਆਂ ਦੂਰ ਕਿਸੇ ਹੋਰ ਦੇਸ਼ ਦੇ ਵਿੱਚ ਬੈਠੀਆਂ ਭੈਣਾਂ ਨੂੰ ਵੀ ਇਸ ਕੇਸ ਦੇ ਵਿੱਚ ਘੜੀਸ ਲਿਆ ਜਾਂਦਾ ਹੈ। ਤੇ ਉਸ ਤੋਂ ਬਾਅਦ ਜੇਕਰ ਕੀ ਕਹਿੰਦੇ ਹੁੰਦੇ ਆ ਇਸ ਦੇ ਵਿੱਚ ਇੱਕ ਹੋਰ ਧਾਰਾ ਆਪਾਂ ਐਡ ਕਰ ਦਈਏ 406 IPC, ਤੇ ਜੇਕਰ ਪਤਨੀ ਨੇ ਆਪਣਾ ਜੋ ਸਮਾਨ ਹੈ ਉਹ ਵੀ ਆਪਣਾ ਵਾਪਸ ਮੰਗਾ ਲਿਆ ਹੈ ਤਾਂ ਉਸ ਦੇ ਨਾਲ ਹੋਰ ਜ਼ਿਆਦਾ ਗੱਲ ਵਧੇਗੀ। ਤੇ ਉਸ ਤੋਂ ਬਾਅਦ ਜੇ ਦੇਖਦੇ ਆ ਜੇ ਥੋੜੀ ਬਹੁਤ ਕੋਈ ਮਾਰ ਕੁਟਾਈ ਹੋਈ ਹੈ ਜਾਂ 323 ਲੱਗੀ ਹੁੰਦੀ ਹੈ ਇਸ ਕੇਸ ਦੇ ਵਿੱਚ, ਜੇਕਰ ਕੋਈ ਜ਼ਿਆਦਾ ਹੀ ਇਹ ਮਾਰ ਕੁਟਾਈ ਹੋਈ ਹੈ ਤੇ 307 ਵੀ ਲੱਗੀ ਹੁੰਦੀ ਹੈ। ਸੋ ਜਨਰਲੀ ਇਸ ਕੇਸ ਦੇ ਵਿੱਚ ਕੀ ਹੁੰਦਾ ਜੇਕਰ 307 ਲੱਗੀ ਹੈ ਜਾਂ ਤੁਹਾਡੀ ਇਹ 326 ਬਣ ਗਈ, ਜਿਹਨੂੰ ਆਪਾਂ ਕਹਿੰਦੇ 26 ਬਣ ਗਈ ਹੈ ਤੇ ਉਹ ਲੱਗੀ ਹੈ ਤੇ ਇਸ ਕੇਸ ਦੇ ਵਿੱਚ ਤਾਂ ਤੁਹਾਡੀ ਡਾਇਰੈਕਟ ਅਰੈਸਟ ਵੀ ਹੋ ਸਕਦੀ ਹੈ। ਲੇਕਿਨ ਜੇਕਰ ਅਜਿਹਾ ਨਹੀਂ ਹੈ, ਸਿੰਪਲ ਤੇ ਤੁਹਾਡਾ 498A ਦਾ ਕੇਸ ਹੈ ਤੇ ਉਸ ਦੇ ਵਿੱਚ ਕੀ ਹੋਵੇਗਾ ਕਿ ਪੁਲਿਸ ਹੈ ਜੋ ਤੁਹਾਨੂੰ 41A CRPC ਦੇ ਅੰਡਰ ਤੁਹਾਨੂੰ ਇੱਕ ਨੋਟਿਸ ਭੇਜੇਗੀ ਕਿ ਤੁਸੀਂ ਆਪਣੇ ਥਾਣੇ ਦੇ ਵਿੱਚ ਆਓ ਤੇ ਉੱਥੇ ਤੁਸੀਂ ਜਾ ਕੇ ਆਪਣੀ ਜੋ ਪੁਲਿਸ ਦੀ ਇੰਟੈਂਸ਼ਨ ਹੈ ਉਹ ਤੁਹਾਨੂੰ ਕੋਈ ਹਰਾਸ ਕਰਨ ਦੀ ਇੱਥੇ ਫਸਟ ਟਾਈਮ ਤੇ ਇੰਟੈਂਸ਼ਨ ਨਹੀਂ ਹੁੰਦੀ, ਨਾ ਤੁਹਾਨੂੰ ਕੋਈ ਗ੍ਰਿਫਤਾਰ ਕਰਨ ਦੀ ਇੰਟੈਂਸ਼ਨ ਹੁੰਦੀ ਹੈ। ਪੁਲਿਸ ਵੀ ਜੋ ਇਸ ਇਨੀਸ਼ੀਅਲ ਸਟੇਜ ਤੇ ਜੋ ਪੁਲਿਸ ਦਾ ਮਕਸਦ ਹੈ ਤੁਹਾਡਾ ਜੋ ਮੈਟਰ ਹੈ ਉਸ ਨੂੰ ਉੱਥੇ ਸੁਲਝਾਉਣ ਦੀ ਕੋਸ਼ਿਸ਼ ਕਰਨ ਦੀ ਹੁੰਦੀ ਹੈ। ਸੋ ਕਦੇ ਵੀ ਇਹ ਨਹੀਂ ਮਨ ਦੇ ਵਿੱਚ ਲੈ ਕੇ ਆਉਣਾ ਕਿ ਪੁਲਿਸ ਹੈ ਜੋ ਤੁਹਾਨੂੰ ਹਰਾਸ ਕਰਨ ਦੇ ਲਈ ਪੁਲਿਸ ਸਟੇਸ਼ਨ ਸੱਦ ਰਹੀ ਹੈ ਜਾਂ ਪੁਲਿਸ ਦੂਸਰੀ ਪਾਰਟੀ ਦਾ ਜੋ ਪੱਖ ਰੱਖ ਰਹੀ ਹੈ, ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ। ਤੁਸੀਂ ਇਸ ਚੀਜ਼ ਨੂੰ ਮਨ ਦੇ ਵਿੱਚ ਨਹੀਂ ਲੈ ਕੇ ਆਉਣਾ ਤੇ ਇਹ ਹਮੇਸ਼ਾ ਕਲੀਅਰ ਰੱਖੋ ਮਨ ਦੇ ਵਿੱਚ ਕਿ ਪੁਲਿਸ ਦੀ ਵੀ ਇੱਥੇ ਜੋ ਫਸਟ ਇੰਟੈਂਸ਼ਨ ਹੈ ਉਹ ਤੁਹਾਡੇ ਮੈਟਰ ਨੂੰ ਤੁਹਾਡੇ ਦੋਨਾਂ ਪਾਰਟੀਆਂ ਨੂੰ ਬਿਠਾ ਕੇ ਸੋਲਵ ਕਰਨ ਦੀ ਹੈ। ਸੋ ਇੱਥੇ ਹੁਣ ਆਪਾਂ ਨੈਕਸਟ ਕੋਈ ਪਤੀ ਇਸ ਚੀਜ਼ ਨੂੰ ਲੈ ਕੇ ਕਿਹੜੇ ਕੇਸ ਕਰ ਸਕਦਾ ਹੈ। ਸੋ ਕਾਨੂੰਨ ਦੇ ਵਿੱਚ ਤਾਂ ਜੋ ਆਪਾਂ ਕਹਿ ਲਈਏ ਕਿ ਤੁਹਾਡੀ ਹੁਣ ਆਪਾਂ ਇੰਟੈਂਸ਼ਨ ਦੇਖਣੀ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਇੱਥੇ ਸਿਰਫ ਇਹ ਦੋ ਚੀਜ਼ਾਂ ਹੁੰਦੀਆਂ ਕਿ ਤੁਸੀਂ ਨਾਲ ਰਹਿਣਾ ਚਾਹੁੰਦੇ ਹੋ ਜਾਂ ਤੁਸੀਂ ਨਾਲ ਨਹੀਂ ਰਹਿਣਾ ਚਾਹੁੰਦੇ। ਸੋ ਦੋਨਾਂ ਦੇ ਲਈ ਤੁਹਾਡੀਆਂ ਅਲੱਗ-ਅਲੱਗ ਪ੍ਰੋਵੀਜ਼ਨ ਹੋਣ ਦੇ ਵਿੱਚ ਆ ਜਾਣੀਆਂ ਆ ਕਿ ਤੁਸੀਂ ਜੇ ਨਾਲ ਨਹੀਂ ਰਹਿਣਾ ਤਾਂ ਆਪਾਂ ਇੱਧਰ ਜਾਵਾਂਗੇ, ਜੇ ਤੁਸੀਂ ਨਾਲ ਰਹਿਣਾ ਤਾਂ ਆਪਾਂ ਇੱਧਰ ਜਾਵਾਂਗੇ। ਸੋ ਫਸਟ ਆਪਾਂ ਦੇਖ ਲੈਂਦੇ ਹਾਂ, ਜਦੋਂ ਤੁਸੀਂ ਮਨ ਬਣਾ ਲਿਆ ਹੈ ਕਿ ਤੁਸੀਂ ਨਾਲ ਹੀ ਰਹਿਣਾ ਹੈ, ਤੁਸੀਂ ਚਲੋ ਠੀਕ ਹੈ ਝਗੜੇ ਹੁੰਦੇ ਰਹਿੰਦੇ ਆ ਤੇ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਹੀ ਸੋਲਵ ਕਰਨਾ ਹੈ। ਸੋ ਉਸ ਦੇ ਲਈ ਕੀ ਹੈ ਕਿ ਤੁਸੀਂ ਠੀਕ ਆ ਆਪਣੇ ਥਾਣੇ ਜਾਓ, ਉੱਥੇ ਜਾ ਕੇ ਤੁਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਗੱਲ ਕਰੋ, ਆਪਣੀ ਵਾਈਫ ਦੇ ਨਾਲ ਗੱਲ ਕਰੋ ਤੇ ਉੱਥੇ ਜੋ ਮੈਟਰ ਨੂੰ ਆਪਣੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋ ਤਾਂ ਜੋ ਉਹ ਮੈਟਰ ਹੈ ਅੱਗੇ ਵਧੇ ਹੀ ਨਾ। ਤੇ ਉਸ ਤੋਂ ਬਾਅਦ ਜੇਕਰ ਤੁਸੀਂ ਕਹਿੰਦੇ ਹੋ ਕਿ ਠੀਕ ਆ ਤੁਸੀਂ ਕਾਨੂੰਨੀ ਪੈਂਤਰੇ ਇਸ ਦੇ ਵਿੱਚ ਯੂਜ਼ ਕਰਨੇ ਆ ਤੇ ਤੁਸੀਂ ਚਾਹੁੰਦੇ ਆ ਕਿ ਕੋਈ ਕਾਨੂੰਨੀ ਤਰੀਕਾ ਇਸ ਚੀਜ਼ ਦੇ ਵਿੱਚ ਵਰਤਿਆ ਜਾਵੇ ਤੇ ਠੀਕ ਹੈ। ਜੋ ਸੈਕਸ਼ਨ 9 ਹੈ ਹਿੰਦੂ ਮੈਰਿਜ ਐਕਟ ਦਾ, ਜਿਹਦੇ ਵਿੱਚ ਕਿ ਆਪਾਂ ਆਮ ਭਾਸ਼ਾ ਦੇ ਵਿੱਚ ਕਹੀਏ ਕਿ ਇਹ ਪਤਨੀ ਨੂੰ ਇਹ ਵਸਾਉਣ ਦੇ ਲਈ ਆਪਾਂ ਕੇਸ ਕਰਨਾ ਹੈ। ਤੁਸੀਂ ਕਿਸੇ ਵੀ ਐਡਵੋਕੇਟ ਦੇ ਵਿੱਚ ਕੋਲ ਜਾਓਗੇ ਤੇ ਉਹ ਤੁਹਾਨੂੰ ਇਹ ਕੇਸ ਕਰਨ ਦੇ ਲਈ ਮਨਾ ਨਹੀਂ ਕਰੇਗਾ। ਉਹ ਕਹੇਗਾ ਆਓ ਜੀ ਆਪਾਂ ਕੋਈ ਨਹੀਂ ਕਰ ਦਿੰਦੇ ਆ, ਤੁਸੀਂ ਮੇਰੇ ਕੋਲ ਵੀ ਆਉਂਗੇ ਤੇ ਮੈਂ ਵੀ ਤੁਹਾਨੂੰ ਇਹੀ ਕਹੂੰਗਾ ਕਿ ਲਓ ਜੀ ਆਪਾਂ ਤੁਹਾਡਾ ਇਹ ਸੈਕਸ਼ਨ 9 ਦਾ ਕੇਸ ਕਰ ਦਿੰਦੇ ਆ। ਬਟ ਜੋ ਇਹ ਸਲਾਹ ਮੈਂ ਤੁਹਾਨੂੰ ਦੇ ਰਿਹਾ ਸ਼ਾਇਦ ਤੁਹਾਨੂੰ ਕੋਈ ਪੈਸੇ ਦੇ ਕੇ ਬਿਨਾਂ ਇਹ ਸਲਾਹ ਦੇਵੇ। ਸੋ ਤੁਸੀਂ ਇਸ ਭਾਵੇਂ ਤੁਹਾਡੇ ਤੇ 498 ਦਾ ਕੇਸ ਹੋ ਗਿਆ ਹੈ ਬਟ ਤੁਸੀਂ ਸੈਕਸ਼ਨ 9 ਦਾ ਕੇਸ ਹਜੇ ਭੁੱਲ ਕੇ ਵੀ ਨਾ ਕਰੋ। ਸੋ ਫਸਟ ਆਫ ਆਲ ਤੁਸੀਂ ਕੀ ਕਰੋ ਕਿ ਤੁਸੀਂ ਇਸ ਮਾਮਲੇ ਨੂੰ ਪਰਸਨਲੀ ਆਪਣੇ ਸੁਲਝਾਉਣ ਦੀ ਕੋਸ਼ਿਸ਼ ਕਰੋ, ਕਾਨੂੰਨੀ ਪੈਂਤਰਿਆਂ ਦੇ ਵਿੱਚ ਜ਼ਿਆਦਾ ਨਾ ਫਸੋ। ਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਲੜਕੀ ਦੇ ਨਾਲ ਗੱਲ ਕਰਨੀ ਚਾਹੀਦੀ ਹੈ, ਉਹਦੇ ਪਰਿਵਾਰ ਵਾਲਿਆਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਇਸ ਮੈਟਰ ਨੂੰ ਇਸੇ ਤਰ੍ਹਾਂ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਸੀਂ ਠੀਕ ਆ ਆਪਣੇ ਹਿਸਾਬ ਦੇ ਨਾਲ ਤੁਸੀਂ ਜੋ ਵੀ ਆਪਣੀਆਂ ਤੁਹਾਡੇ ਵਿੱਚ ਮਿਸ ਅੰਡਰਸਟੈਂਡਿੰਗ ਹੋਈਆਂ ਆ ਉਸ ਚੀਜ਼ ਨੂੰ ਤੁਸੀਂ ਕਲੀਅਰ ਕਰ ਸਕਦੇ ਹੋ ਜਾਂ ਤੁਸੀਂ ਇਸ ਚੀਜ਼ ਨੂੰ ਆਪਣੇ ਪੱਖ ਨੂੰ ਰੱਖ ਸਕਦੇ ਹੋ ਕਿ ਜੇਕਰ ਆਪਾਂ ਹੁਣ ਅੱਜ ਵੱਖ ਹੁੰਦੇ ਆ ਕਿ ਤੈਨੂੰ ਮੇਰੇ ਤੋਂ ਕੋਈ ਬੈਟਰ ਮਿਲ ਜਾਵੇਗਾ, ਇਸ ਦੀ ਕੀ ਪੋਸੀਬਿਲਿਟੀ ਹੈ ਤੈਨੂੰ ਮੇਰੇ ਤੋਂ ਬੈਟਰ ਮਿਲ ਜਾਵੇਗਾ। ਤੇ ਉਸ ਤੋਂ ਬਾਅਦ ਵੀ ਜੇਕਰ ਵੱਖ ਵੀ ਹੋ ਜਾਂਦੇ ਆ, ਤੁਸੀਂ ਕਿਸੇ ਦੂਸਰੀ ਜਗ੍ਹਾ ਵੀ ਜਾਂਦੇ ਆ ਤੇ ਉੱਥੇ ਵੀ ਬਹੁਤ ਸਾਰੀਆਂ ਮੁਸ਼ਕਲਸ ਆਉਂਦੀਆਂ ਆ। ਕਹਿਣਾ ਕਿ ਠੀਕ ਹੈ ਇਹ ਡਿਵੋਰਸ ਹੀ ਹੈ ਤੇ
ਕੀ ਪਤਾ ਕੋ ਅਗਲਾ ਇਨਸਾਨ ਤੁਹਾਨੂੰ ਉਸ ਤਰੀਕੇ ਦੇ ਨਾਲ ਅਪਣਾ ਪਾਵੇ ਜਾਂ ਨਹੀਂ ਪਾਵੇ। ਸੋ ਤੁਸੀਂ ਫਸਟ ਇਹੀ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਆਪਣਾ ਜੋ ਪਰਸਨਲੀ ਉਹਦੇ ਪਰਿਵਾਰ ਨੂੰ ਮਿਲ ਕੇ, ਲੜਕੀ ਨੂੰ ਮਿਲ ਕੇ ਇਹ ਮੈਟਰ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨੀ ਹੈ। ਇਸ ਦੇ ਲਈ ਜੋ ਤੁਹਾਤੋਂ ਬਣਦਾ ਡੀਡ ਕਰਨੀ, ਜੋ ਤੁਹਾਡਾ ਮਨ ਕਰਦਾ ਆ ਉਹ ਚੀਜ਼ ਕਰੋ ਤਾਂ ਜੋ ਮੈਟਰ ਨੂੰ ਆਸਾਨੀ ਦੇ ਨਾਲ ਸੁਲਝਾਇਆ ਜਾ ਸਕੇ। ਸੋ ਤੁਸੀਂ ਦੋਨੇ ਅਪਰੋਚਸ ਨੂੰ, ਉਹਨਾਂ ਦੀ ਵੀ ਗੱਲ ਨੂੰ ਸੁਣਨਾ ਹੈ ਤੇ ਆਪਣੀ ਨੂੰ ਵੀ ਰੱਖਣਾ ਹੈ। ਬੈਲੈਂਸ ਅਪਰੋਚਸ ਲੈ ਕੇ ਤੁਸੀਂ ਇਸ ਮੈਟਰ ਨੂੰ ਉੱਥੇ ਸੋਲਵ ਕਰ ਸਕਦੇ ਹੋ। ਸੋ ਹੁਣ ਆਪਾਂ ਨੈਕਸਟ ਜੋ ਕੇਸ ਹੈ ਪਤਨੀ ਕਰਦੀ ਹੈ, ਉਹ ਕਰਦੀ ਹੈ 125 CRPC ਅੰਡਰ, ਯਾਨੀ ਕਿ ਮੇਨਟੇਨੈਂਸ ਦਾ ਕੇਸ। ਜੋ ਵਾਈਫ ਹੈ ਮੇਨਟੇਨੈਂਸ ਦੇ ਲਈ, ਖਰਚਾ ਲੈਣ ਦੇ ਲਈ ਆਪਣਾ ਕੇਸ ਕਰਦੀ ਹੈ। ਸੋ ਇਸ ਕੇਸ ਦੇ ਵਿੱਚ ਕੀ ਹੁੰਦਾ ਹੈ ਕਿ ਪਹਿਲੇ 6 ਮਹੀਨਿਆਂ ਦੇ ਵਿੱਚ ਜੋ ਇੰਟੈਰਿਮ ਮੇਨਟੇਨੈਂਸ ਹੈ ਉਹ ਡਿਸਾਈਡ ਹੋ ਜਾਂਦੀ ਹੈ। ਉਸ ਦੇ ਵਿੱਚ ਕੀ ਹੁੰਦਾ ਜੋ ਸਾਡਾ ਇਹ ਹਜੇ ਚਲੋ ਪੂਰੀ ਤਰ੍ਹਾਂ ਤੁਹਾਡਾ ਜਿਹੜਾ ਮੇਨਟੇਨੈਂਸ ਦਾ ਕੇਸ ਆ ਸੋਲਵ ਨਹੀਂ ਹੋਇਆ, ਪਰ ਜੋ ਤੁਹਾਡੀ ਮੇਨਟੇਨੈਂਸ ਹੈ ਉਹ ਤੁਹਾਨੂੰ ਇੰਟੈਰਿਮ ਰੂਪ ਦੇ ਵਿੱਚ ਤੁਹਾਡੀ ਉਹ ਗ੍ਰਾਂਟ ਕਰ ਦਿੱਤੀ ਜਾਂਦੀ ਹੈ। 6 ਮਹੀਨੇ ਦੇ ਵਿੱਚ ਤੁਹਾਡੀ ਡਿਸਾਈਡ ਹੋ ਜਾਂਦੀ ਹੈ, ਜਿਸ ਦੇ ਵਿੱਚ ਕਿ ਮੰਨ ਲਓ ਕਿ ਪਤੀ ਹੈ ਉਹ 10,000 ਕਮਾਉਂਦਾ ਹੈ ਤੇ ਕੋਰਟ ਤੁਹਾਨੂੰ ਅਲਾਉ ਕਰ ਸਕਦੀ ਹੈ 2 ਜਾਂ 3,000 ਰੁਪਇਆ ਜੋ ਪਰ ਮੰਥ ਤੁਹਾਨੂੰ ਉਸ ਚੀਜ਼ ਦੇ ਲਈ ਅਲਾਉਟ ਕਰ ਸਕਦੀ ਹੈ। ਤੇ ਉਸ ਤੋਂ ਬਾਅਦ ਜੋ ਕੇਸ ਹੈ ਮੇਨਟੇਨੈਂਸ ਦਾ 125 2 ਸਾਲ ਤੱਕ ਚੱਲਦਾ ਹੈ। ਉਸ ਤੋਂ ਬਾਅਦ ਜੇਕਰ ਤੁਸੀਂ ਇਸ ਪ੍ਰੋਸੀਡਿੰਗ ਦੇ ਵਿੱਚ ਪਤੀ ਅਪੀਅਰ ਹੁੰਦਾ ਹੈ, ਆਪਣੀ ਰੱਖਦਾ ਪੱਖ ਵਿਪੱਖ ਤੇ ਆਪਣੀ ਜੋ ਇਨਕਮ ਦੀ ਸੋਰਸ ਰੱਖਦਾ ਹੈ ਜਾਂ ਹੋਰ ਵੀ ਆਪਣੇ ਐਵੀਡੈਂਸ ਉਸ ਚੀਜ਼ ਲਈ ਰੱਖਦਾ, ਤੇ ਉਸ ਹਿਸਾਬ ਦੇ ਨਾਲ ਜੋ ਕੋਰਟ ਹੈ ਮੇਨਟੇਨੈਂਸ ਨੂੰ ਡਿਸਾਈਡ ਕਰ ਸਕਦੀ ਹੈ। ਜੇਕਰ ਤੁਸੀਂ ਨਹੀਂ ਪਹੁੰਚਦੇ ਤੇ ਇਹ ਐਕਸਪਰਟ ਵੀ ਹੈ ਤੁਹਾਡਾ ਪੱਖ ਬਿਨਾਂ ਸੁਣੇ ਵੀ ਜੋ ਤੁਹਾਡਾ ਮੂਲ ਹੈ ਤਕਰੀਬਨ 2 ਸਾਲ ਦੇ ਵਿੱਚ ਕੇਸ ਜਿਹੜਾ ਡਿਸਾਈਡ ਹੋ ਜਾਂਦਾ, ਉਹ ਵੀ ਤੁਹਾਡਾ ਜੋ ਪ੍ਰੋਪਰ ਕੇਸ ਆ ਪੂਰਾ ਹੀ ਉਸ ਨੂੰ ਡਿਸਾਈਡ ਕਰ ਦਿੱਤਾ ਜਾਵੇਗਾ। ਜੋ ਨਾਲ ਹੀ ਇਹ ਕੇਸ ਜੋ ਪਤਨੀ ਦੇ ਦੁਆਰਾ ਕੀਤਾ ਜਾਂਦਾ ਹੈ ਸੈਕਸ਼ਨ 24 HMA ਦੇ ਅੰਦਰ, ਇਹਦੇ ਵਿੱਚ ਵੀ ਜੋ ਕੇਸ ਹੈ ਮੇਨਟੇਨੈਂਸ ਦੇ ਲਈ ਇਹ ਪਤਨੀ ਕਰਦੀ ਹੈ ਕਿ ਉਸ ਨੂੰ ਜੋ ਵੀ ਲਿਟੀਗੇਸ਼ਨ ਕਰ ਰਹੀ ਹੈ ਉਸ ਦਾ ਵੀ ਉਹ ਖਰਚਾ ਪਤੀ ਵੱਲੋਂ ਹੀ ਦੇਣਾ ਪੈਂਦਾ ਹੈ, ਤੇ ਹੋਰ ਜੋ ਉਸ ਦੀਆਂ ਨੈਸੈਸਿਟੀਜ਼ ਹਨ ਜਦ ਤੱਕ ਲੱਗ ਰਹੀ ਹੈ ਉਹ ਸਾਰੀਆਂ ਤੁਹਾਨੂੰ ਦੇਣੀਆਂ ਪੈਣੀਆਂ ਹੈ। ਤੋ ਜੋ ਇਹ ਵਾਲਾ ਕੇਸ ਹੈ, ਇਹ ਵੀ ਜੋ ਕੇਸ ਹੈ ਤੁਹਾਡਾ 6 ਮੰਥ ਦੇ ਅੰਡਰ ਆ ਜੋ ਇਹ ਸੋਲਵ ਹੋ ਜਾਂਦਾ ਹੈ। ਤੇ ਉਸ ਤੋਂ ਬਾਅਦ ਜੋ ਤੁਹਾਡਾ ਇਸ ਤੋਂ ਬਾਅਦ ਜੇ ਹੋਰ ਆਪਾਂ ਥੋੜੀ ਸੰਗੀਨਤਾ ਦੇ ਵਿੱਚ ਜਾਈਏ ਤੇ ਜੋ ਨੈਕਸਟ ਹੈ ਪਤਨੀ ਦੇ ਦੁਆਰਾ ਕੇਸ ਕੀਤਾ ਜਾਂਦਾ ਹੈ ਉਹ ਹੈਗਾ ਸੈਕਸ਼ਨ 12 ਇਹ ਡੋਮੈਸਟਿਕ ਵਾਇਲੈਂਸ ਐਕਟ ਦਾ। ਤੇ ਜੋ ਇਹ ਵੀ ਕੇਸ ਹੈ ਉਹ ਤਕਰੀਬਨ 2 ਤੋਂ 3 ਸਾਲਾਂ ਦੇ ਵਿੱਚ ਇਹ ਡਿਸਾਈਡ ਹੋ ਜਾਂਦਾ ਹੈ। ਤੇ ਹੁਣ ਇਹ ਦੱਸਗੇ ਜੋ ਕੇਸ ਹੈ ਉਹ ਪਤਨੀ ਦੇ ਦੁਆਰਾ ਕੀਤੇ ਜਾਂਦੇ ਆ। ਤੇ ਹੁਣ ਅਸੀਂ ਨੈਕਸਟ ਡਿਸਕਸ ਕਰਦੇ ਹਾਂ ਕਿ ਇੱਥੇ ਪਤੀ ਹੈ ਜੋ ਇਹਨਾਂ ਹਾਲਾਤ ਦੇ ਵਿੱਚ ਕੀ ਕਰ ਸਕਦਾ ਹੈ। ਦੇਖੋ ਜੀ ਤੁਹਾਡੇ ਕੋਲ ਇੱਥੇ 3 ਆਪਸ਼ਨਸ ਆ। ਪਹਿਲੀ ਤਾਂ ਆਪਸ਼ਨ ਇਹੀ ਹੈ ਜੋ ਮੈਂ ਸ਼ੁਰੂ ਦੇ ਵਿੱਚ ਦੱਸ ਚੁੱਕਾ ਕਿ ਤੁਸੀਂ ਜਾਓ ਆਪਣੀ ਮਿਹਨਤ ਤਾਲੇ ਕਰ ਲਓ, ਇਸ ਚੀਜ਼ ਨੂੰ ਪਰਪੱਕ ਕਰੋ ਕਿ ਠੀਕ ਆ, ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰੋ ਕਿ ਠੀਕ ਆ ਮੇਰੇ ਤੋਂ ਤੈਨੂੰ ਕੋਈ ਬੈਟਰ ਨਹੀਂ ਮਿਲ ਸਕਦਾ ਜਾਂ ਕੁਝ ਵੀ ਤਰ੍ਹਾਂ ਕਰਕੇ ਤੁਸੀਂ ਆਪਣੇ ਇਸ ਜੋ ਆਪਣਾ ਰੱਖ ਸਕਦੇ ਹੋ ਆਪਣਾ ਪੱਖ ਤੇ ਇਸ ਮੈਟਰ ਨੂੰ ਉੱਥੇ ਸੁਲਝਾ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਜੁਡੀਸ਼ੀਅਲ ਸੈਪਰੇਸ਼ਨ ਦੇ ਲਈ ਜਾ ਸਕਦੇ ਆ ਕਿ ਤੁਸੀਂ ਬਿਨਾਂ ਜੋ ਆਪਣਾ ਵਿਆਹ ਨੂੰ ਤੋੜੇ, ਸ਼ਾਦੀ ਨੂੰ ਤੋੜੇ, ਤੁਸੀਂ ਅਲੱਗ ਰਹਿ ਸਕਦੇ ਆ ਕੋਰਟ ਦੇ ਦੁਆਰਾ ਆਰਡਰ ਲੈ ਕੇ। ਤੇ ਉਸ ਤੋਂ ਬਾਅਦ ਜੋ ਤੁਹਾਡਾ ਲਾਸਟ ਬਚ ਜਾਂਦਾ ਹੈ ਉਹ ਹੈ ਡਿਵੋਰਸ। ਤੇ ਜੋ ਲਾਸਟ ਹੱਲ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹ ਵਾਲੀ ਮੈਰਿਜ ਰੱਖਣੀ ਨਹੀਂ ਹੈ ਫਿਰ ਤਾਂ ਇੱਕੋ ਹੀ ਹੱਲ ਬਚਦਾ ਹੈ ਡਿਵੋਰਸ। ਸੋ ਪਹਿਲਾਂ ਅਸੀਂ ਮੇਨਟੇਨੈਂਸ ਦੇ ਕੇਸਿਸ ਨੂੰ ਦੇਖਦੇ ਹਾਂ ਕਿ ਤੁਸੀਂ ਮੇਨਟੇਨੈਂਸ ਦੇ ਕੇਸਿਸ ਹੈ ਇਹਨਾਂ ਦੇ ਨਾਲ ਕਿਸ ਤਰ੍ਹਾਂ ਡੀਲ ਕਰਨਾ ਹੈ। ਸਭ ਤੋਂ ਪਹਿਲਾਂ ਤਾਂ ਜੋ ਮੇਨਟੇਨੈਂਸ ਦੇ ਕੇਸ ਹੈ ਤੁਸੀਂ ਇਹਨਾਂ ਕੇਸਿਸ ਦੇ ਵਿੱਚ ਅਪੀਅਰ ਹੋ ਤੇ ਆਪਣਾ ਇਹਨਾਂ ਕੇਸਿਸ ਦੇ ਵਿੱਚ ਆਪਣਾ ਪੱਖ ਰੱਖੋ, ਕਿਉਂਕਿ ਦੇਖੋ ਜਿਹੜੀ 125 ਦੀ ਮੇਨਟੇਨੈਂਸ ਹੈ ਉਹ ਵੀ ਗ੍ਰਾਂਟ ਕਰੀ ਦੇਣੀ ਹੈ ਕੋਰਟ ਨੇ, ਜੋ 24 ਦੀ ਹੈ ਉਹਦੇ ਨਾਲ ਹੀ ਗ੍ਰਾਂਟ ਕਰ ਦਿੱਤੀ ਜਾਂਦੀ ਹੈ ਕੋਰਟ ਦੇ ਦੁਆਰਾ। ਭਾਵੇਂ ਜੋ ਪਤਨੀ ਹੈ ਤੁਹਾਡੇ ਤੇ ਉਹ ਕੇਸ ਕਰ ਰਹੀ ਹੈ ਲੇਕਿਨ ਉਹਦਾ ਲਿਟੀਗੇਸ਼ਨ ਦਾ ਖਰਚਾ ਵੀ ਸਾਰਾ ਤੁਹਾਨੂੰ ਹੀ ਦੇਣਾ ਪੈਣਾ ਹੈ ਜੋ ਕਿ ਕੋਰਟ ਦੇ ਦੁਆਰਾ, ਕਿਉਂਕਿ ਸੈਕਸ਼ਨ 24 ਦਾ HMA ਦਾ ਇਹੀ ਕਹਿੰਦਾ ਕਿ ਤੁਹਾਨੂੰ ਲਿਟੀਗੇਸ਼ਨ ਦੇ ਸਾਰੇ ਚਾਰजेस ਦੇਣੇ ਪੈਣੇ ਆ। ਤੇ ਉਸ ਤੋਂ ਬਾਅਦ ਤੁਸੀਂ ਮੇਨਟੇਨੈਂਸ ਤੋਂ ਬਚਣਾ ਕਿੱਦਾਂ ਹੈ। ਮੇਨਟੇਨੈਂਸ ਤੋਂ ਜੋ ਬਚਣ ਦਾ ਤਾਂ ਤੁਹਾਡਾ ਇਹੀ ਤਰੀਕਾ ਹੈ ਜੋ ਇਸ ਤਰ੍ਹਾਂ ਕਿ ਤੁਸੀਂ ਆਪਣੇ ਮੈਟਰ ਨੂੰ ਇਸੇ ਤਰ੍ਹਾਂ ਆਪਣੀ ਆਪਸੀ ਰਜ਼ਾਮੰਦੀ ਦੇ ਨਾਲ ਸੋਲਵ ਕਰੋ। ਜੇਕਰ ਠੀਕ ਹੈ ਤੁਹਾਡੀ ਪਤਨੀ ਵਾਪਸ ਆ ਜਾਂਦੀ ਹੈ, ਮੰਨ ਜਾਂਦੀ ਹੈ ਤੇ ਉਹ ਸਾਰੇ ਕੇਸਿਸ ਵਾਪਸ ਲੈ ਲੈਂਦੀ ਹੈ ਤੇ ਮੇਨਟੇਨੈਂਸ ਦਾ ਸਵਾਲ ਹੀ ਨਹੀਂ ਉੱਠਦਾ ਹੈਗਾ। ਤੇ ਨੈਕਸਟ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਜੋ ਤੁਹਾਡੀ ਪਤਨੀ ਹੈ ਜੇ ਤੁਹਾਡਾ ਡਿਵੋਰਸ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹ ਜਲਦੀ ਮੈਰਿਜ ਕਰ ਲਵੇਗੀ, ਸੋ ਤੁਹਾਡੀ ਜੋ ਮੇਨਟੇਨੈਂਸ ਹੈ ਜਾਂ ਹੋਰ ਸਾਰੀਆਂ ਪ੍ਰੋਸੀਡਿੰਗ ਚੱਲਦੀਆਂ ਉਹ ਸਾਰੀਆਂ ਉੱਥੇ ਹੀ ਖਤਮ ਹੋ ਜਾਣਗੀਆਂ, ਕਿਉਂਕਿ ਐਜ਼ ਅ ਪਤੀ ਜੋ ਤੁਹਾਡੀਆਂ ਲਾਇਬਿਲਟੀਆਂ ਸੀਗੀਆਂ ਹੁਣ ਉਹ ਦੂਸਰੇ ਪਰਸਨ ਤੇ ਸ਼ਿਫਟ ਹੋ ਜਾਣਗੀਆਂ। ਸੋ ਹੁਣ ਅਸੀਂ ਗੱਲ ਕਰਦੇ ਹਾਂ ਕਿ ਜੇਕਰ ਇਹ ਡਿਵੋਰਸ ਦੇ ਕੇਸਿਸ ਦੇ ਵਿੱਚ ਅਸੀਂ ਕੀ ਕਰਨਾ ਹੈ। ਡਿਵੋਰਸ ਦੇ ਕੇਸਿਸ ਦੇ ਵਿੱਚ ਜੋ ਜਨਰਲੀ ਹੈ ਡਿਵੋਰਸ ਦਾ ਕੇਸ ਹੈ ਉਹ 5 ਤੋਂ 8 ਸਾਲ ਤੱਕ ਵੀ ਚੱਲ ਸਕਦਾ ਹੈ। ਤੇ ਇਸ ਪ੍ਰੋਸੀਡਿੰਗ ਤੋਂ ਤੁਸੀਂ ਕਿਸ ਤਰ੍ਹਾਂ ਬਚਣਾ ਹੈ। ਤੇ ਸਭ ਤੋਂ ਪਹਿਲਾਂ ਜਦੋਂ ਅਸੀਂ ਡਿਵੋਰਸ ਦਾ ਇਹ ਕੇਸ ਇਹ ਕੀਤਾ ਜਾਂਦਾ ਹੈ, ਇਹ ਪ੍ਰੋਸੀਡਿੰਗ ਦੇਖੋ ਇੱਕ ਜੋ ਪਾਰਟੀ ਉਹ ਐਲੀਗੇਸ਼ਨ ਲਾਉਂਦੀ ਹੈ, ਦੂਜੀ ਡਿਨਾਈਡ ਕਰਦੀ ਹੈ ਤੇ ਕੋਰਟ ਵੀ ਇਹਨਾਂ ਮੈਟਰ ਤੇ ਜ਼ਿਆਦਾ ਧਿਆਨ ਨਹੀਂ ਦਿੰਦਾ, ਕਿਉਂਕਿ ਕੋਰਟ ਚਾਹੁੰਦਾ ਹੈ ਕਿ ਜੋ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਵੀ
ਪਹਿਲਾਂ ਤਾਂ ਇਹੀ ਕੋਸ਼ਿਸ਼ ਹੁੰਦੀ ਹੈ ਕਿ ਇਸ ਮਾਮਲੇ ਨੂੰ ਇਸੇ ਤਰ੍ਹਾਂ ਹੀ ਜੋ ਇਹਨਾਂ ਦੀ ਆਪਸੀ ਸਹਿਮਤੀ ਹੋ ਜਾਵੇ, ਰਜਾਮੰਦੀ ਹੋ ਜਾਵੇ ਤੇ ਵਾਪਸ ਇਕੱਠੇ ਰਹਿ ਜਾਣ, ਤੇ ਕੋਰਟ ਕਦੇ ਵੀ ਨਹੀਂ ਚਾਹੁੰਦਾ ਕਿ ਪਾਰਟੀ ਦਾ ਤਲਾਕ ਹੋਵੇ। ਸੋ ਉੱਥੇ ਫਸਟ ਆਫ ਆਲ ਆ, ਬਟ ਜੇਕਰ ਤੁਸੀਂ ਮਨ ਬਣਾ ਹੀ ਲਿਆ ਹੈ ਤੁਹਾਡੀ, ਠੀਕ ਹੈ, ਜੇਕਰ ਨਹੀਂ ਬਣਦੀ ਹੈਗੀ ਤਾਂ ਡਿਵੋਰਸ ਹੀ ਲੈਣਾ ਹੀ ਆ, ਫਿਰ ਉਸ ਤੋਂ ਬਾਅਦ ਆਪਣੇ ਕੋਲ ਚਾਰਾ ਵੀ ਨਹੀਂ ਕੋਈ ਬਚਦਾ ਹੈ। ਉੱਥੇ ਸਿਰਫ ਇਹੀ ਹੈ ਕਿ ਤੁਸੀਂ ਜਿਹੜਾ ਨਾਰਮਲ ਡਿਵੋਰਸ ਲੈਣ ਦੀ ਬਜਾਏ ਤੁਸੀਂ ਜੋ ਮਿਊਚੁਅਲ ਕੰਸੈਂਟ ਹੈ ਉਹਦੇ ਦੁਆਰਾ ਆਪਣੇ ਡਿਵੋਰਸ ਲੈਣ ਦੇ ਲਈ ਜਾਓ। ਇੱਕ ਤਾਂ ਜੋ ਤੁਹਾਡਾ ਡਿਵੋਰਸ ਹੈ ਉਸ ਦੇ ਵਿੱਚ ਜਲਦੀ ਹੋ ਜਾਵੇਗਾ, ਤੁਹਾਡੀ ਜੋ ਇਹ ਸਾਲ ਦੇ ਵਿੱਚ ਹੀ ਹੈ ਤੁਹਾਡੀਆਂ ਜੋ ਪ੍ਰੋਸੀਡਿੰਗਸ ਹੈ ਖਤਮ ਹੋ ਜਾਣਗੀਆਂ ਤੇ ਤੁਹਾਡਾ ਜਿਹੜਾ ਡਿਵੋਰਸ ਹੈ ਉਹ ਹੋ ਜਾਵੇਗਾ। ਤੇ ਉੱਥੇ ਜੋ ਮੇਨ ਚੀਜ਼ ਆਉਂਦੀ ਹੈ ਕਿ ਸਾਡਾ ਜੋ ਅਸੀਂ ਲਮਸਮ ਅਮਾਉਂਟ ਡਿਸਾਈਡ ਹੁੰਦੀ ਹੈ, ਜੋ ਪਤਨੀ ਮੰਗਦੀ ਹੈ ਕਿ ਠੀਕ ਆ ਇਹ ਆਪਾਂ ਮਿਊਚੁਅਲ ਕੰਸੈਂਟ ਦੇ ਨਾਲ ਡਿਵੋਰਸ ਲੈ ਲੈਂਦੇ ਆ, ਤੇ ਉਹ ਮੰਗ ਕਰਦੀ ਹੈ ਕਿ ਨਹੀਂ ਮੈਨੂੰ 10 ਲੱਖ ਰੁਪਇਆ ਚਾਹੀਦਾ ਹੈ, ਤੇ ਇੱਧਰ ਪਤੀ ਵੀ ਅੜ ਜਾਂਦਾ ਕਿ ਨਹੀਂ ਜੀ ਮੈਂ ਤਾਂ ਜੀ 5 ਲੱਖ ਹੀ ਦੇਣਾ ਹੈ। ਉੱਥੇ ਕਹਿ ਲਓ ਕਿ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਦੋਨਾਂ ਪਾਰਟੀਆਂ ਦੀ, ਜਾਂ ਆਪਣੇ ਵਕੀਲਾਂ ਨੂੰ ਨਾਲ ਪਾ ਕੇ ਕਿ ਤੁਸੀਂ ਠੀਕ ਆ ਉਸ ਚੀਜ਼ ਨੂੰ ਇਸ ਤਰ੍ਹਾਂ ਸੋਲਵ ਕਰਨ ਦੀ ਕੋਸ਼ਿਸ਼ ਕਰੋ ਕਿ ਠੀਕ ਹੈ ਜੋ ਇੱਕ ਹੈ ਉਹ ਕਹਿ ਰਿਹਾ ਕਿ 5 ਲੱਖ ਦੇਣਾ ਹੈ, ਉਸ ਨੂੰ ਥੋੜਾ ਉੱਪਰ ਲਿਆਂਦਾ ਜਾਵੇ, ਤਾਂ ਇੱਕ ਜੋ ਮੰਗ ਰਿਹਾ ਕਿ ਮੈਂ 10 ਲੱਖ ਹੀ ਲੈਣਾ ਹੈ ਉਸ ਨੂੰ ਥੋੜਾ ਥੱਲੇ ਲਿਆਂਦਾ ਜਾਵੇ। ਸੋ ਇਸ ਤਰ੍ਹਾਂ ਮੈਟਰ ਦੇ ਵਿੱਚ 7-8 ਲੱਖ ਦੇ ਵਿੱਚ ਫੈਸਲਾ ਹੋ ਜਾਂਦਾ ਹੈ। ਇਸ ਤਰ੍ਹਾਂ ਕੀ ਹੋਵੇਗਾ ਕਿ ਜੋ ਤੁਹਾਡਾ ਡਿਵੋਰਸ ਹੈ ਤੁਸੀਂ ਲੈਣਾ ਹੀ ਹੈ, ਜੋ ਵੀ ਤੁਹਾਨੂੰ ਠੀਕ ਆ ਤੁਸੀਂ ਕੋਰਟ ਦੀ ਲੰਬੀ ਲੜਾਈ ਲੜ ਕੇ ਵੀ ਜੋ 5-7 ਸਾਲਾਂ ਬਾਅਦ ਤੁਹਾਨੂੰ ਮਿਲਣਾ ਹੈ, ਤੇ ਉਹ ਤੁਸੀਂ ਤੁਹਾਡਾ ਜੋ ਸਾਲ ਦੇ ਵਿੱਚ ਹੀ ਆ ਤੁਹਾਨੂੰ ਆਪਣਾ ਸਾਰਾ ਆਪਸੀ ਸਹਿਮਤੀ ਦੇ ਨਾਲ ਇਸ ਤਰ੍ਹਾਂ ਡਿਵੋਰਸ ਮਿਲ ਜਾਵੇਗਾ। ਸੋ ਹੁਣ ਜੋ ਨੈਕਸਟ ਹੈ, ਕਦੋਂ ਤੁਹਾਨੂੰ ਜਿਹੜੀਆਂ ਡਿਵੋਰਸ ਹੈ ਉਹ ਆਪਸੀ ਸਹਿਮਤੀ ਦੇ ਨਾਲ ਨਹੀਂ ਲੈਣਾ ਚਾਹੀਦਾ। ਦੇਖੋ ਜੇ ਤਾਂ ਤੁਹਾਨੂੰ ਲੱਗਦਾ ਕਿ ਜੋ ਤੁਹਾਡੀ ਪਤਨੀ ਹੈ ਉਸਨੇ ਅੱਗੇ ਜਾ ਕੇ ਹਜੇ ਕੋਈ ਅਗਲਾ ਵਿਆਹ ਨਹੀਂ ਕਰਾਉਣਾ ਹੈਗਾ, ਫਿਰ ਤਾਂ ਹਮੇਸ਼ਾ ਜਾਓ ਮਿਊਚੁਅਲ ਕੰਸੈਂਟ ਦੇ ਨਾਲ ਡਿਵੋਰਸ ਦੇ ਲਈ, ਤੇ ਆਪਣੀਆਂ ਜੋ ਪ੍ਰੋਸੀਡਿੰਗਸ ਹੈ ਉਹਨਾਂ ਨੂੰ ਉੱਥੇ ਖਤਮ ਕਰਨ ਦੀ ਕੋਸ਼ਿਸ਼ ਕਰੋ, ਤੇ ਆਪਣੇ ਲਮਸਮ ਅਮਾਉਂਟ ਦੇ ਕੇ ਉੱਥੇ ਖਤਮ ਕਰਨ ਦੀ ਕੋਸ਼ਿਸ਼ ਕਰੋ। ਕਿਉਂਕਿ ਜੇਕਰ ਤੁਸੀਂ ਫਿਰ ਤੁਹਾਡਾ ਇਸ ਤਰ੍ਹਾਂ ਡਿਵੋਰਸ ਹੁੰਦਾ ਹੈ ਤੁਹਾਨੂੰ ਮੇਨਟੇਨੈਂਸ ਵੀ ਦੇਣੀ ਪਵੇਗੀ, ਜੇ ਤੁਹਾਨੂੰ ਮੇਨਟੇਨੈਂਸ ਦੇਣੀ ਪੈਂਦੀ ਹੈ ਤੁਹਾਨੂੰ ਲਾਈਫ ਟਾਈਮ ਇਹ ਵਾਲੀ ਜੋ ਮੇਨਟੇਨੈਂਸ ਹੈ ਜਦ ਤੱਕ ਉਹ ਅੱਗੇ ਮੈਰੀ ਨਹੀਂ ਕਰਦੀ ਹੈਗੀ ਉਦ ਤੱਕ ਦੇਣੀ ਪਵੇਗੀ। ਜੇਕਰ ਤੁਹਾਨੂੰ ਲੱਗਦਾ ਹੈ ਜੋ ਤੁਹਾਡੀ ਪਤਨੀ ਹੈ ਉਸਨੇ ਤੁਹਾਡੇ ਜੋ ਥੋੜੇ ਸਮੇਂ ਬਾਅਦ ਇਹ ਡਿਵੋਰਸ ਤੋਂ ਬਾਅਦ ਹੈ ਜੋ ਆਪਣਾ ਉਹ ਨਵੀਂ ਸ਼ਾਦੀ ਕਰ ਲੈਣੀ ਹੈ, ਤੇ ਉਸ ਚੀਜ਼ ਦੇ ਵਿੱਚ ਤੁਸੀਂ ਚਾਹੇ ਜੋ ਡਿਵੋਰਸ ਦੀਆਂ ਨਾਰਮਲ ਪ੍ਰੋਸੀਡਿੰਗ ਚੱਲਣ ਦਿਓ, ਕਿਉਂਕਿ ਜੇਕਰ ਉਹ ਡਿਵੋਰਸ ਤੋਂ ਬਾਅਦ ਨਾਲ ਹੀ ਆਪਣੀ ਅਗਲੀ ਸ਼ਾਦੀ ਕਰ ਲੈਂਦੀ ਹੈ ਤਾਂ ਜੋ ਲਾਇਬਿਲਿਟੀਜ਼ ਜਿਹੜੀਆਂ ਤੁਹਾਡੀਆਂ ਮੇਨਟੇਨੈਂਸ ਦੇਣ ਦੀਆਂ ਉਸਨੂੰ ਉਹ ਜੋ ਜਿਸ ਨਾਲ ਉਸ ਦੀ ਰੀਮੈਰੀ ਹੋਈ ਆ ਤੇ ਉਸ ਦੇ ਉੱਪਰ ਸਾਰੀਆਂ ਲਾਇਬਿਲਿਟੀਜ਼ ਆ ਉਹ ਉਹਦੇ ਉਸ ਪਰਸਨ ਦੇ ਉੱਤੇ ਚੱਲ ਜਾਣਗੀਆਂ, ਜੋ ਸਾਰਾ ਖਰਚਾ ਅੱਗੇ ਤੁਸੀਂ ਚੱਕਦੇ ਸੀ ਹੁਣ ਉਹ ਆਦਮੀ ਚੱਕੇਗਾ। ਸੋ ਜੋ ਆਪਣਾ 498 ਦਾ ਇਹ ਦਾ ਕੇਸ ਹੈਗਾ ਜੋ ਇਹ ਵੀ 5 ਤੋਂ 8 ਸਾਲ ਤੱਕ ਚੱਲਦਾ ਹੈ, ਤਾਂ ਇਸ ਕੇਸ ਦੇ ਵਿੱਚ ਵੀ ਕੋਰਟ ਦੀ ਇਹੀ ਮਨਸ਼ਾ ਹੁੰਦੀ ਹੈ ਕਿ ਜੋ ਇਹ ਕੇਸ ਹੈ ਇਸ ਕੇਸ ਦੇ ਵਿੱਚ ਸਮਝੌਤਾ ਹੀ ਹੋਵੇ, ਕਿਉਂਕਿ ਜੇ ਕੋਰਟ ਆ ਉਹ ਕੋਈ ਆਰਡਰ ਦੇਵੇਗੀ ਤੇ ਉਸ ਨੂੰ ਇਨਫੋਰਸ ਕਰਾਇਆ ਜਾਵੇਗਾ ਜਿਸ ਦੇ ਨਾਲ ਦੋਨਾਂ ਪਾਰਟੀਆਂ ਦੇ ਵਿੱਚ ਹੋਰ ਜ਼ਿਆਦਾ ਕੜਤਣ ਆਵੇਗੀ। ਜੇਕਰ ਉਹਨਾਂ ਦਾ ਆਪਸੀ ਸਹਿਮਤੀ ਦੇ ਨਾਲ ਇਸ ਚੀਜ਼ ਦੇ ਵਿੱਚ ਸੁਲ੍ਹਾ ਹੁੰਦੀ ਹੈ ਤਾਂ ਇਸ ਚੀਜ਼ ਦੇ ਵਿੱਚ ਕੀ ਹਰਜ ਹੈ। ਸੋ ਕੋਰਟ ਵੀ ਨਾ ਮੈਟਰਸ ਦੇ ਵਿੱਚ ਜ਼ਿਆਦਾ ਧਿਆਨ ਨਹੀਂ ਦਿੰਦੀ ਹੈਗੀ। ਸੋ ਇਹ ਕੁਝ ਤਰੀਕੇ ਆ ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਜੋ ਮੈਟ੍ਰੀਮੋਨੀਅਲ ਕੇਸ ਆ ਇਹਨਾਂ ਨੂੰ ਆਸਾਨੀ ਦੇ ਨਾਲ ਤੁਸੀਂ ਖਤਮ ਕਰ ਸਕਦੇ ਹੋ, ਤੇ ਇਸ ਦੇ ਨਾਲ ਤੁਹਾਡੇ ਟਾਈਮ ਦੀ ਬਚਤ ਵੀ ਹੋਵੇਗੀ, ਤੇ ਜੋ ਤੁਹਾਡਾ ਕਹਿ ਲਓ ਕਿ ਇੱਕ ਤਰ੍ਹਾਂ ਦੀ ਸਿਰਦਰਦੀ ਸੀਗੀ, ਜੋ ਇੱਕ ਟੈਨਸ਼ਨ ਸੀਗੀ, ਉਹ ਵੀ ਤੁਹਾਡੀ ਜਲਦੀ ਖਤਮ ਹੋ ਜਾਵੇਗੀ ਜੇਕਰ ਤੁਸੀਂ ਇਸ ਤਰ੍ਹਾਂ ਥੋੜੇ ਜਿਹਾ ਵਿਵੇਕ ਦੇ ਨਾਲ ਇਹਨਾਂ ਮੈਟਰਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ। ਧੰਨਵਾਦ।